सतनाम श्री वाहिगुरु साहिब जी। तुदे आगे अरदास हमारी, जियो पिंड सब तेरा। कहो नानक सब तेरी वड्याई, कोई नाम ना जाने मेरा। मोगे उचरै शास्त्र खट, पिंग गिरन चढ़ जाए। अंध लखै बदरो सुनै, जौं काल कृपा कराए। कहाँ बुद्ध प्रभ तुच्छ हमारी, वर्ण सक है महिमा जो तिहारी। हम ना सकत कर सिफत तुम्हारी, आप लेहो तुम कथा सुधारी। जेता जियो पिंड सब तेरा, तू अंतर जामी पुरख भगवान। दासन दास कह जन नानक, जेहा तू कराए है तेहा हों करी वख्यान। बेशुमार अथा अगनत अतुलै, ज्यों बुलावहो त्यों नानक दास बोलै। ज्यों बुलावहो त्यों नानक दास बोलै। धन धन साहिब कमाल, जागत जोत, सर्व कायनात दे मालक, दसां पातशाहियां दी आत्मक जोत, गुरता गद्दी सुभाएमान, चवर छतर तखत दे मालक, दीना बंधु भगत वत्सल करना निधान। कलयुग के राखे ज्ञान नाम बाणी के बोहित। धन धन जुगो जुग टल प्रतख सतगुरु साहिब श्री गुरु ग्रंथ साहिब महाराज सच्चे पातशाह जी की अपार बख्शिश कृपा का सदका कुछ समा उस अकाल पुरख परिपूर्ण परमेश्वर परमात्मा की याद विच जुड़न का जो सुभाग सानू प्राप्त होया है, बड़ी कृपा सतगुरां ने साडे ते कीती है। साहिब सतगुरु पातशाह जी रहमतां करन, बख्शिशां करन, इस तरह असीं प्रभु की याद विच जुड़ते रहीए। सानू गुरु पातशाह जी दे उपदेश सरवण करन दा सुभाग समा इस तरह प्राप्त हुंदा रहे। साहिब सतगुरु पातशाह जी कृपा करन। सुआओ जो सेवा ते सिमरन का प्रकरण आरंभ होया है पिछले समय दे विच, पहला पक्ष सेवा का आपां जो लैके चले सां कि धन गुरु ग्रंथ साहिब महाराज जी दे अंदर जो उपदेश अपने सिख नूं महाराज साहिब जी बख्शिश करते हैं शब्द द्वारा, कि सेवा का भाव सिख दे हिरदे विच किहो जिहा होवे। सेवा करदा करदा सिख अपने गुरु विच किवें प्रेम दे विच जुड़ जाए, ते वो प्रेम दे विच जो गुरु ने सेवा का भाव बख्शिश किया है, तो सेवा नूं अपने जीवन विच किवें कमा सकदा है, जो सतगुरु पातशाह जी उपदेश दे रहे हैं। तो जेकर सेवा करदा करदा सिख
ਆਪਣੇ ਗੁਰੂ ਦੇ ਹੁਕਮ ਦੇ ਵਿੱਚ, ਗੁਰੂ ਦੇ ਪ੍ਰੇਮ ਦੇ ਵਿੱਚ ਐਸਾ ਬਿਰਤੀ ਜੋੜ ਲੈਂਦਾ ਹੈ ਅਤੇ ਉਹ ਸਿੱਖ ਆਪਣੇ ਗੁਰੂ ਤੋਂ ਜੋ ਵੀ ਚਾਹਵੇ, ਜੋ ਇੱਛਾਵਾਂ ਰੱਖੇ, ਸਾਰੀਆਂ ਇੱਛਾਵਾਂ ਪ੍ਰਾਪਤ ਕਰ ਸਕਦਾ ਹੈ। ਸਤਿਗੁਰੂ ਕੀ ਸੇਵਾ ਅਤਿ ਸੁਖਾਲੀ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਮੁਖਾਰਬਿੰਦ ਤੋਂ ਇਹ ਬਚਨ ਉਚਾਰਨ ਕਰਦੇ ਹੈ, ਸਤਿਗੁਰੂ ਕੀ ਸੇਵਾ ਅਤਿ ਸੁਖਾਲੀ, ਜੋ ਇੱਛੇ ਸੋ ਫਲ ਪਾਏ। ਜਿਹੜੀ ਵੀ ਇੱਛਾ ਧਾਰਨ ਕਰੇ ਉਹੋ ਜਿਹੀ ਇੱਛਾ ਦਾ ਫਲ ਉਹ ਸਿੱਖ ਪ੍ਰਾਪਤ ਕਰ ਸਕਦਾ ਹੈ। ਕਿਉਂ? ਕਿਉਂਕਿ ਜਿਹੜਾ ਗੁਰੂ ਦੀ ਸੇਵਾ ਵਿੱਚ ਜੁਟਿਆ ਹੈ, ਸੇਵਾ ਅਤਿਅੰਤ ਸੁਖ ਦੇਣ ਵਾਲੀ ਹੈ, ਅਤ ਸੁਖਾਲੀ, ਅਤਿਅੰਤ ਸੁੱਖਾਂ ਦੇ ਦੇਣ ਵਾਲੀ ਹੈ ਸੇਵਾ। ਅਤੇ ਇੱਥੇ ਹੀ ਬਸ ਨਹੀਂ, ਅਤੇ ਜੇਕਰ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਤਾਂ ਉਹ ਸਿੱਖ ਪਰਮੇਸ਼ਰ ਦੀ ਪ੍ਰਾਪਤੀ ਵੀ ਕਰ ਸਕਦਾ ਹੈ। ਕਾਹਦੇ ਕਰਕੇ? ਸੇਵਾ ਕਰਕੇ। ਜੇਕਰ ਦੁਨੀਆਦਾਰੀ ਦੇ ਅੰਦਰ, ਜੇ ਦੁਨੀਆਦਾਰੀ ਦੇ ਪਦਾਰਥਾਂ ਦੀ ਵੀ ਇੱਛਾ ਹੈ ਤਾਂ ਮਹਾਰਾਜ ਉਹ ਵੀ ਪੂਰੀ ਕਰ ਦਿੰਦੇ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਦੁਨੀਆਦਾਰੀ ਦੇ ਪਦਾਰਥ ਵੀ ਲੈਣੇ ਹੈ ਤਾਂ ਉਹ ਵੀ ਸੇਵਾ ਵਿੱਚੋਂ ਪ੍ਰਾਪਤ ਹੋ ਸਕਦੇ ਹੈ। ਜੇਕਰ ਪ੍ਰਭੂ ਦੀ ਪ੍ਰਾਪਤੀ ਦੀ ਇੱਛਾ ਜਾਗਰਤ ਹੋ ਜਾਏ ਤਾਂ ਉਹ ਵੀ ਪ੍ਰਾਪਤ ਹੋ ਜਾਂਦਾ ਹੈ। ਸੇਵਾ ਕਰਤ ਹੋਏ ਨਿਹਕਾਮੀ, ਜੇ ਨਿਸ਼ਕਾਮ ਹੋ ਕੇ ਸੇਵਕ ਬਣ ਕੇ ਸੇਵਾ ਕਰੇ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਕਾਮਨਾ ਨਹੀਂ, ਕੋਈ ਵੀ ਇੱਛਾ ਨਹੀਂ, ਨਿਸ਼ਕਾਮ ਹੋ ਕੇ ਸੇਵਾ ਵਿੱਚ ਲੱਗ ਜਾਏ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਅਤੇ ਉਹਨੂੰ ਉਹ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਪਰਮਾਤਮਾ ਸੁਆਮੀ ਅਕਾਲ ਪੁਰਖ ਵਾਹਿਗੁਰੂ, ਉਹ ਮਾਲਕ ਦੀ ਵੀ ਪ੍ਰਾਪਤੀ ਹੋ ਸਕਦੀ ਹੈ। ਗੱਲ ਤਾਂ ਇਹ ਹੈ ਗੁਰੂ ਪਿਆਰਿਓ ਕਿ ਅਸੀਂ ਆਪਣੇ ਆਪ ਨੂੰ ਸੇਵਾ ਦੇ ਵਿੱਚ ਕਿਤਨਾ ਕੁ ਜੋੜਦੇ ਹਾਂ। ਜੋ ਗੁਰੂ ਨੇ ਹੁਕਮ ਕੀਤਾ ਹੈ ਅਤੇ ਸੇਵਾ ਕਰਨੀ ਹੈ, ਅਤੇ ਸੇਵਾ ਦੇ ਵਿੱਚ ਅਸੀਂ ਕਿੰਨਾ ਕੁ ਜੁਟਦੇ ਹਾਂ। ਜੀਵਨ ਤੱਕੀਏ ਬਾਬਾ ਅਮਰਦਾਸ ਜੀ ਮਹਾਰਾਜ ਜਿਸ ਵੇਲੇ ਧੰਨ ਗੁਰੂ ਅੰਗਦ ਦੇਵ ਜੀ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿੱਚ ਸੇਵਾ ਵਿੱਚ ਜੁੜਦੇ ਹੈ, ਅਤੇ ਕਿਤਨਾ ਲੰਮਾ ਸਮਾਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਰਹਿ ਕੇ ਬਾਬਾ ਅਮਰਦਾਸ ਜੀ ਮਹਾਰਾਜ ਜੀ ਨੇ ਸੇਵਾ ਨਿਭਾਈ। ਉਮਰ ਭਾਵੇਂ ਲੰਮੇਰੀ ਹੈ, ਵਡੇਰੀ ਉਮਰ ਹੋ ਗਈ ਹੈ, ਪਰ ਸੇਵਾ ਦੇ ਵਿੱਚ ਐਸਾ ਆਪਣੇ ਆਪ ਨੂੰ ਜੋੜਿਆ ਹੈ ਕਿ ਆਪਣਾ ਜੀਵਨ ਦਾ ਆਧਾਰ ਹੀ ਸੇਵਾ ਬਣਾ ਲਿਆ ਕਿ ਮੇਰੇ ਜੀਵਨ ਵਿੱਚ ਆਪਣੇ ਗੁਰੂ ਦੀ ਸੇਵਾ ਹੀ ਹੈ, ਸੇਵਾ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ। ਅਤੇ ਗੁਰੂ ਪਿਆਰਿਓ, ਅਸੀਂ ਕਦੇ ਝਾਤ ਮਾਰੀਏ ਕਿ ਅਸੀਂ ਆਪਣੇ ਆਪ ਨੂੰ ਕਿੰਨਾ ਕੁ ਸੇਵਾ ਵਿੱਚ ਜੋੜਦੇ ਹਾਂ। ਬਾਬਾ ਅਮਰਦਾਸ ਜੀ ਮਹਾਰਾਜ 72 ਵਰ੍ਹਿਆਂ ਦੀ ਉਮਰ ਹੈ ਕਿ ਜਿਸ ਵੇਲੇ ਸਾਹਿਬ ਸਤਿਗੁਰੂ ਪਾਤਸ਼ਾਹੀ ਦੇ ਚਰਨਾਂ ਵਿੱਚ ਜੁੜਦੇ ਹੈ ਅਤੇ ਸੇਵਾ ਕਰਦੇ ਕਰਦੇ ਇਤਨਾ ਲੰਮਾ ਸਮਾਂ ਲੰਘਾ ਦਿੱਤਾ। ਇਹ ਨਹੀਂ ਪਰਵਾਹ ਕੀਤੀ ਕਿ ਮੇਰੇ ਸਰੀਰ ਦੀ ਅਵਸਥਾ ਜਿਹੜੀ ਹੈ ਬਿਰਧ ਹੋ ਰਹੀ ਹੈ, ਕਦਾਚਿਤ ਵੀ ਇਹ ਸੋਚਿਆ ਨਹੀਂ। ਕੇਵਲ ਇੱਕੋ ਹੀ ਭਾਵ ਰੱਖਿਆ ਕਿ ਮੈਂ ਆਪਣੇ ਗੁਰੂ ਦੇ ਚਰਨਾਂ ਕਮਲਾਂ ਵਿੱਚ ਸੇਵਾ ਵਿੱਚ ਹੀ ਜੁਟ ਕੇ ਰਹਿਣਾ। ਅਤੇ ਗਾਗਰਾਂ ਢੋ ਢੋ ਕੇ ਜਲਦੀਆਂ। ਇਹ ਗੁਰੂ ਪਿਆਰਿਓ, 12 ਸਾਲ ਦਾ ਸਮਾਂ ਕੋਈ ਥੋੜ੍ਹਾ ਜਿਹਾ ਨਹੀਂ ਹੁੰਦਾ। 12 ਸਾਲ ਦਾ ਸਮਾਂ ਲੰਘਾ ਦਿੱਤਾ ਗਾਗਰਾਂ ਢੋ ਢੋ ਕੇ ਕਿ ਸੇਵਾ ਦੇ ਵਿੱਚ ਹੀ ਜੁਟਣਾ ਹੈ। ਅਤੇ ਗੁਰੂ ਪਿਆਰਿਓ, ਆਪਣੇ ਸਰੀਰ ਦੀ ਕੋਈ ਪਰਵਾਹ ਨਹੀਂ ਕੀਤੀ, ਕਿਸੇ ਤਰ੍ਹਾਂ ਦੀ ਇਹ ਚਿੰਤਾ ਨਹੀਂ ਕੀਤੀ ਕਿ ਮੇਰਾ ਸਰੀਰ ਜਿਹੜਾ ਬਿਰਧ ਹੈ, ਕਿਤੇ ਸੇਵਾ ਕਰਦੇ ਕਰਦੇ ਕਿਤੇ ਕੋਈ ਡਿੱਗ ਨਾ ਪਵਾਂ ਅਤੇ ਕਿਤੇ ਕੋਈ ਸੱਟ ਪੇਟ ਨਾ ਵੱਜ ਜਾਏ। ਅਤੇ ਅੱਜ ਮੇਰੇ ਵਰਗਾ ਜਿਹੜਾ ਐਨ ਬਿਲਕੁਲ ਨਰੋਆ ਜਿਹਾ ਹੈ ਨਾ, ਅਤੇ ਉਹਨੇ ਵੀ ਮਾੜਾ ਜਿਹਾ ਵੀ ਆਪਣੇ ਆਪ ਨੂੰ ਹੱਥ ਲਾਉਣ ਦੀ ਕਿਤੇ ਖੇਚਲ ਨਹੀਂ ਕਰਨੀ ਹੁੰਦੀ। ਨਹੀਂ, ਬੈਠੇ ਬਿਠਾਏ ਨੂੰ ਸਭ ਕੁਝ ਮਿਲਣਾ ਚਾਹੀਦਾ। ਅਤੇ ਅਸੀਂ ਸੇਵਾ ਵਿੱਚ ਕਿਵੇਂ ਜੁਟੀਏ? ਅਸੀਂ ਆਪਣੇ ਆਪ ਨੂੰ ਜੋੜਦੇ ਹੀ ਨਹੀਂ ਅਸੀਂ ਸੇਵਾ ਦੇ ਵਿੱਚ। ਅਤੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੇਵਾ ਦੇ ਵਿੱਚ ਹੀ ਨਿਭਾ ਦਿੱਤੀ, ਬਾਬਾ ਅਮਰਦਾਸ ਜੀ ਮਹਾਰਾਜ ਸੇਵਾ ਕਰਦੇ ਕਰਦੇ ਗਾਗਰ ਨੂੰ ਸੰਭਾਲ ਕੇ ਚੱਲਦੇ ਹੈ ਔਰ ਪੁੱਠੇ ਪੈਰੀਂ ਚੱਲਦੇ ਹੈ। ਕਿਉਂ? ਕਿਉਂਕਿ ਕਿਤੇ
सेवा करते करते मैं अपने गुरु पातशाह वल किते पिठ ना कर देवां। ते असीं की करते हैं, सानू पता ही है, महाराज साहब जी के सामने खलो के भी असीं ते उत्थे सेवा भावें असीं करिए ना करिए पर महाराज का नरादर असीं जरूर करी जाने आ। सतगुरु पातशाह के सामने ही असीं महाराज साहब जी नूं पिठ करके खलो जाने आ, नरादर तो असीं आप करी जाने आ। ते गुरु प्यारिओ, बाबा अमरदास जी महाराज पुठे पैरीं चलते है। क्यों? क्योंकि मैं सेवा भी करा ते नाल मैं अपने गुरु का सत्कार भी मुख रखा। ते जिस वेले गागर भरन लगदे आ पानी विचों ते फिर ये उत्थे खड़ के ये सूखम जी अरदास करते हैं, कहन लगे मालका ते मैनू खेमा करी ते हुण पानी भरन वेले मेरे कोलों किते पिठ हो जाए तो मैनू बख्श लई, मैनू खेमा कर दी, ये नरादर का भार मेरे सिर ते ना चढ़न दई, कृपा करके मैनू बख्श लई। सेवा इतने प्रेम दे विच, इतने चाह दे विच ते सानू कोई परवाह नहीं, असीं भावें गुरु घर दे अंदर आके कुछ भी करिए ते असीं सेवा तां करिए भावें ना करिए पर नरादर असीं जरूर करते रहने आ। सतगुर दे सन्मुख असीं बोलते भी रहने आ, असीं उच्ची उच्ची गल्लां भी करते रहने आ, असीं किसी दी निंदिया चुगली भी गुरु दे सामने करी जाने आ, पर सेवा दे विच साडी सुरती नहीं जुड़दी। खेमा करनी। धन साहिब श्री गुरु अंगद देव जी महाराज जी दे चरनां दे विच 12 साल दी वो अणथक सेवा बाबा अमरदास जी महाराज जी ने की। सेवा दे विच अपना जीवन बतीत कर दिता। सो इस तरह गुरु प्यारिओ, ये सेवा दे विच बहुत वड्डियां बरकतां, बहुत वड्डियां बख्शिशां ने। जे सेवा करदा करदा गुरु दे प्रेम दे विच जुट जाए तो फिर गुरु अपने सिख की सेवा नूं फल ला दिंदा है। इस तरह फल लग्या सेवा नूं। बाबा अमरदास जी महाराज एक दफ़ा का जिक्र आपां ये अक्सर सुनते ही रहने आ कि बाबा अमरदास जी महाराज गागर जल का भरिया होया है तो जिस वेले लई आउंदे है, झक्खड़ तूफान हनेरी चलती है तो किले दे नाल बाबा अमरदास जी का पैर अटक गया तो अचानक बाबा अमरदास जी डिग पे तो गागर का खड़का होया तो एक घर दे विचों आवाज़ आई है कि खड़का होया भी की गल है। तो अंदरों एक बीबी ने ये बोल देख के बोलिया, कहन लगे अमरू निथावा है, होर कौन है। अद्धी अद्धी रातां नूं भी इनू टेक नहीं, इनू चैन नहीं है। तो ये कहते डिगदा ढाईंदा फिरदा है भी जे तेरे तो नहीं साਂਭ संभाई हुंदी, नहीं तेरे तो सेवा हुंदी तो टिके बह जाए, अमरू निथावा है। ते बाबा अमरदास जी अपने मुख चों ये थोड़ा जिहा ही वचन बोले है, कहन लगे कमलीए हुण मैं निथावा नहीं, हुण तां मैं थां वाला हो गया। क्यों? क्योंकि धन गुरु अंगद देव जी महाराज जी ने मैनू अपने चरणों में थां दिती है, सेवा का सुभाग बख्शिश किया। कमलीए मैं निथावा नहीं, हुण ते मैं थां वाला हो गया। ते सतगुरु पातशाह जी ने अपने सिख की सेवा का यह फल दिता। जो बोल बाबा अमरदास जी ने थोड़ा जिहा ही बोलिया ते कमलीए कह दिता है तो सचमुच वो बीबी कमली हो गई। ये सेवा का फल दिता, शक्तियां बरकतां बख्शिशां दे दित्तियां अपने सिख नूं, काहदे करके? सेवा करके। सो कहण तो भाव गुरु प्यारिओ, सेवा जेकर किते सानू प्राप्त हो जाए तो किते एवें नहीं, ये बहुत वड्डी बख्शिश है सेवा। इस तरह धन गुरु कलगीधर पातशाह महाराज सच्चे पातशाही का आनंद सेवक भाई कन्हैया जी, जिन्हों ये सेवा मिली कि जिस वेले जंग का मैदान बहुत मघिया होया है तो उत्थे पानी पिलाउण की सेवा मिली भाई कन्हैया जी नूं। ते इतिहास गवाह है कि ऐन जंग का मैदान मघिया होया है
ਤੇ ਜਿੱਥੇ ਵੱਡੇ ਵੱਡੇ ਸੂਰਮੇ, ਕਹਿੰਦੇ ਕਹਾਉਂਦੇ ਸੂਰਮੇ ਸੂਰਬੀਰ ਯੋਧੇ ਲੜ ਰਹੇ ਹੈ, ਤੇ ਉੱਥੇ ਜਦੋਂ ਤੁਰਕਾਂ ਦਾ ਤੇ ਸਿੱਖਾਂ ਦਾ ਆਪਸ ਦੇ ਵਿੱਚ ਐਨ ਜੰਗ ਯੁੱਧ ਮਚਿਆ ਹੋਇਆ ਹੈ, ਤੇ ਉਸ ਵਿੱਚ ਤੇ ਇੱਕ ਗੁਰੂ ਕਾ ਪਿਆਰਾ ਸਿੱਖ ਭਾਈ ਕਨ੍ਹਈਆ ਮੱਛਕ ਚੱਕ ਕੇ ਤੇ ਉਹ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਹੈ। ਤੇ ਜਿੱਧਰੋਂ ਵੀ ਆਵਾਜ਼ ਆਉਂਦੀ ਹੈ ਕਿ ਪਾਣੀ, ਤੇ ਝੱਟ ਭੱਜੇ ਉੱਧਰ ਨੂੰ ਜਾਂਦੇ ਹੈ। ਉਹ ਇਹ ਨਹੀਂ ਵੇਖਦੇ ਕਿ ਇਹ ਤੁਰਕ ਹੈ, ਉਹ ਇਹ ਨਹੀਂ ਵੇਖਦੇ ਕਿ ਇਹ ਸਾਡਾ ਵੈਰੀ ਹੈ, ਉਹ ਇਹ ਨਹੀਂ ਵੇਖ ਕੇ ਕਿ ਇਹ ਸਿੱਖ ਹੈ, ਪਰ ਉਹ ਆਪਣੀ ਸੇਵਾ ਵਿੱਚ ਜੁਟੇ ਹੈ ਕਿ ਮੈਨੂੰ ਮੇਰੇ ਗੁਰੂ ਨੇ ਸੇਵਾ ਦਿੱਤੀ ਹੈ ਪਾਣੀ ਪਿਲਾਉਣ ਦੀ, ਅਤੇ ਮੈਂ ਪਾਣੀ ਹੀ ਪਿਲਾਉਣਾ ਹੈ। ਮੈਂ ਇਹ ਨਹੀਂ ਵੇਖਣਾ ਕਿ ਕੌਣ ਦੁਸ਼ਮਣ ਹੈ, ਕੌਣ ਆਪਣਾ ਹੈ, ਬਗਾਨਾ ਕਿਹੜਾ ਹੈ, ਆਪਣਾ ਕਿਹੜਾ ਹੈ, ਇਹ ਨਹੀਂ ਵੇਖਣਾ। ਅਤੇ ਕੇਵਲ ਇਤਨਾ ਹੀ ਵੇਖਣਾ ਹੈ ਕਿ ਮੈਨੂੰ ਮੇਰੇ ਗੁਰੂ ਨੇ ਜੋ ਸੇਵਾ ਬਖਸ਼ਿਸ਼ ਕੀਤੀ ਹੈ, ਉਹ ਸੇਵਾ ਵਿੱਚ ਜੁਟੇ ਨੇ। ਇੱਕ ਪਠਾਨ ਜਿਸ ਵੇਲੇ ਜੰਗ ਦੇ ਮੈਦਾਨ ਵਿੱਚ ਜਦੋਂ ਉਹਦੀ ਬੁਰੀ ਹਾਲਤ ਹੋਈ ਹੈ ਅਤੇ ਉਹ ਕੁਰਲਾ ਰਿਹਾ ਹੈ, ਫੱਟ ਲੱਗੇ ਹੋਏ ਹੈ, ਸਰੀਰ ਜ਼ਖਮੀ ਹੋਇਆ ਹੈ, ਅਤੇ ਆਪਣੇ ਸਰੀਰ ਦੇ ਬਚਾਅ ਵਾਸਤੇ ਪੁਕਾਰਾਂ ਕਰਦਾ ਹੈ ਕਿ ਪਾਣੀ ਚਾਹੀਦਾ ਹੈ, ਪਾਣੀ ਦੀ ਪੁਕਾਰ ਕੀਤੀ ਹੈ। ਅਤੇ ਝੱਟ ਭਾਈ ਕਨ੍ਹਈਆ ਜੀ ਦੌੜ ਕੇ ਆਏ ਹੈ। ਜਦੋਂ ਵੇਖਿਆ ਤਾਂ ਕਹਿਣ ਲੱਗੇ ਪਾਣੀ ਹਾਜ਼ਰ ਹੈ, ਪਾਣੀ ਪੀਣਾ ਕਰੋ। ਅਤੇ ਉਹ ਪਠਾਨ ਕਹਿਣ ਲੱਗਾ ਕਿ ਸਿੱਖਾ, ਮੇਰੇ ਵਿੱਚ ਸਮਰੱਥਾ ਨਹੀਂ ਕਿ ਮੈਂ ਉੱਠ ਕੇ ਪਾਣੀ ਪੀ ਸਕਾਂ। ਕਿਉਂਕਿ ਮੇਰੀਆਂ ਬਾਹਾਂ ਟੁੱਟ ਚੁੱਕੀਆਂ ਨੇ, ਮੈਂ ਡਿੱਗਿਆ ਪਿਆ, ਮੇਰੇ ਵਿੱਚ ਸਮਰੱਥਾ ਨਹੀਂ ਕਿ ਮੈਂ ਆਪਣੀ ਬਾਹਾਂ ਦੇ ਨਾਲ ਖਲੋ ਸਕਾਂ ਸਹਾਰਾ ਲੈ ਕੇ, ਪਰ ਮੈਂ ਆਪਣੇ ਆਪ ਵਿੱਚ ਅਸਮਰੱਥ ਹਾਂ, ਮੇਰੀਆਂ ਲੱਤਾਂ ਸਾਥ ਨਹੀਂ ਦੇ ਰਹੀਆਂ, ਮੇਰੀਆਂ ਬਾਹਾਂ ਵੀ ਟੁੱਟ ਚੁੱਕੀਆਂ ਨੇ, ਮੈਂ ਆਪਣੇ ਆਪ ਪਾਣੀ ਨਹੀਂ ਪੀ ਸਕਦਾ। ਅਤੇ ਸਿੱਖਾ, ਜੇ ਪਾਣੀ ਪਿਲਾ ਸਕਦਾ ਹੈ ਅਤੇ ਮੈਨੂੰ ਆਪ ਹੀ ਹਿੰਮਤ ਕਰਕੇ ਪਾਣੀ ਪਿਲਾ ਦੇ। ਅਤੇ ਭਾਈ ਕਨ੍ਹਈਆ ਜੀ ਸੇਵਾ ਦੇ ਵਿੱਚ ਜੁਟੇ ਹੈ, ਅਤੇ ਉਹਨਾਂ ਨੇ ਆਪ ਝੁਕੇ ਹੈ, ਥੱਲੇ ਝੁਕ ਕੇ, ਅਤੇ ਉਹਨਾਂ ਨੇ ਉਸ ਪਠਾਨ ਦੇ ਇੱਕ ਹੱਥ ਮੂੰਹ ਦੇ ਕੋਲ ਉਂਜਲ ਭਰ ਕੇ ਕੋਲ ਕੀਤਾ ਅਤੇ ਮੱਛਕ ਦੇ ਵਿੱਚੋਂ ਜਲ ਪਾ ਕੇ ਉਸ ਪਠਾਨ ਨੂੰ ਪਾਣੀ ਪਿਲਾਇਆ ਹੈ। ਅਤੇ ਉਹ ਪਾਣੀ ਪੀ ਕੇ ਜਦੋਂ ਆਪਣੇ ਸੁਰਤ ਵਿੱਚ ਆਉਂਦਾ ਹੈ ਅਤੇ ਕੀ ਸੋਚਦਾ ਹੈ, ਯਾ ਖੁਦਾ, ਇਹ ਸਿੱਖ ਕਿਹੋ ਜਿਹੇ ਨੇ, ਵਾਰ ਕਰਨ ਵਾਲੇ ਵੀ ਸਿੱਖ, ਮਾਰਨ ਵਾਲੇ ਵੀ ਸਿੱਖ, ਅਤੇ ਬਚਾਉਣ ਵਾਲੇ ਵੀ ਸਿੱਖ। ਅਤੇ ਉਹ ਸਿੱਖ ਦਾ ਧੰਨਵਾਦ ਕਰਦਾ ਹੈ। ਅਤੇ ਉਹ ਸਿੱਖ ਕਹਿੰਦਾ ਹੈ, ਭਾਈ ਕਨ੍ਹਈਆ ਜੀ ਕਹਿਣ ਲੱਗੇ ਕਿ ਮੇਰਾ ਧੰਨਵਾਦ ਨਹੀਂ, ਇਹ ਤਾਂ ਮੇਰੇ ਗੁਰੂ ਦੀ ਬਖਸ਼ਿਸ਼ ਸੇਵਾ ਹੈ, ਜੋ ਮੇਰੇ ਗੁਰੂ ਨੇ ਮੈਨੂੰ ਹੁਕਮ ਕੀਤਾ ਸੇਵਾ ਕਰਨ ਦਾ। ਅਤੇ ਜਦੋਂ ਸਿੰਘਾਂ ਨੇ ਵੇਖਿਆ ਜੰਗ ਦੇ ਮੈਦਾਨ ਵਿੱਚ, ਅਤੇ ਜਾ ਕੇ ਗੁਰੂ ਪਾਤਸ਼ਾਹ ਜੀ ਕੋਲ ਸ਼ਿਕਾਇਤ ਕਰ ਦਿੱਤੀ। ਕਹਿਣ ਲੱਗੇ, ਭਾਈ ਕਨ੍ਹਈਆ, ਇਹ ਮਹਾਰਾਜ, ਅਸੀਂ ਬਹੁਤ ਹਿੰਮਤ ਕਰਕੇ ਤੁਰਕਾਂ ਨੂੰ ਵੱਢ ਚੁੱਕਦੇ ਹਾਂ, ਮਾਰਦੇ ਹਾਂ, ਅਤੇ ਇਹ ਪਾਣੀ ਪਿਲਾ ਕੇ ਫੇਰ ਤੰਦਰੁਸਤ ਕਰ ਦਿੰਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਸ਼ਿਕਾਇਤ ਪਹੁੰਚੀ ਹੈ। ਮਹਾਰਾਜ ਸਾਹਿਬ ਜੀ ਨੇ ਭਾਈ ਕਨ੍ਹਈਆ ਜੀ ਨੂੰ ਸੱਦਾ ਦੇ ਕੇ ਬੁਲਾਇਆ ਹੈ। ਕਹਿਣ ਲੱਗੇ, ਭਾਈ ਕਨ੍ਹਈਆ, ਤੇਰੀ ਸ਼ਿਕਾਇਤ ਆਈ ਹੈ ਸਾਡੇ ਕੋਲ। ਹੱਥ ਜੋੜ ਲਏ। ਕਹਿਣ ਲੱਗੇ, ਮਹਾਰਾਜ, ਮੇਰੇ ਕੋਲੋਂ ਬਹੁਤ ਗਲਤੀਆਂ ਹੁੰਦੀਆਂ ਨੇ, ਪਾਪੀਆਂ, ਭੁੱਲਣਹਾਰ ਹਾਂ, ਕਿਰਪਾ ਕਰਕੇ ਬਖਸ਼ ਲਓ। ਜੇ ਕੋਈ ਗੁਸਤਾਖੀ ਹੋ ਗਈ ਹੈ ਤਾਂ ਮੈਨੂੰ ਖਿਮਾ ਕਰ ਦਿਓ, ਬਹੁਤ ਗਲਤੀਆਂ ਹੋ ਜਾਂਦੀਆਂ ਨੇ ਮਹਾਰਾਜ। ਕਹਿਣ ਲੱਗੇ, ਸਿੱਖ ਕਹਿੰਦੇ ਹੈ ਕਿ ਤੂੰ ਤੁਰਕਾਂ ਨੂੰ ਪਾਣੀ ਪਿਲਾ ਰਹੇ। ਕਹਿਣ ਲੱਗੇ, ਨਹੀਂ ਮਹਾਰਾਜ, ਮੈਂ ਕਿਸੇ ਤੁਰਕ ਨੂੰ ਪਾਣੀ ਨਹੀਂ ਪਿਲਾਇਆ। ਸਿੱਖ ਕਹਿਣ ਲੱਗੇ, ਮਹਾਰਾਜ, ਭਾਈ ਕਨ੍ਹਈਆ ਝੂਠ ਬੋਲਦਾ ਹੈ। ਸਤਿਗੁਰ ਪਾਤਸ਼ਾਹ ਕਹਿਣ ਲੱਗੇ, ਤੁਸੀਂ ਨਾ ਬੋਲੋ। ਕਹਿਣ ਲੱਗੇ, ਭਾਈ ਕਨ੍ਹਈਆ, ਅਤੇ ਤੂੰ ਤੁਰਕਾਂ ਨੂੰ ਪਾਣੀ ਨਹੀਂ ਪਿਲਾਉਂਦਾ। ਕਹਿਣ ਲੱਗੇ, ਨਹੀਂ ਮਹਾਰਾਜ। ਕਹਿਣ ਲੱਗੇ, ਫਿਰ ਤੂੰ ਸਿੱਖਾਂ ਨੂੰ ਪਾਣੀ ਪਿਲਾਉਣਾ। ਕਹਿਣ ਲੱਗੇ, ਨਹੀਂ ਮਹਾਰਾਜ। ਸਿੱਖ ਫੇਰ ਬੋਲ ਪਏ। ਕਹਿਣ ਲੱਗੇ, ਮਹਾਰਾਜ ਫੇਰ ਝੂਠ ਬੋਲਦਾ ਹੈ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਸਿੱਖੋ, ਤੁਸੀਂ ਚੁੱਪ ਰਹੋ। ਇਹ ਭਾਈ ਕਨ੍ਹਈਆ ਜੀ ਕਹਿਣ ਲੱਗੇ, ਮਹਾਰਾਜ, ਤੁਸੀਂ ਸਭ ਕੁਝ ਜਾਣੀ ਜਾਣੋ,
घट घट के अंतर की जानत, भले बुरे की पीर पछानत। महाराज कहन लगे भाई कन्हैया असीं तेरे मूँह तो ये बचन सुनना चाहुंदे आ। कहन लगे महाराज मैं किसे तुरक नूं नहीं जानदा, मैं किसे सिख नूं नहीं जानदा। सतगुरु जी जदों दा मैं तुहाडी सेवा विच लग्या तुसीं किरपा कीती है, मैनूं कोई तुरक नहीं लगदा, मैनूं कोई सिख नहीं लगदा, मैनूं तां सारिਆਂ विच तैनूं ही वेखण दा चाਅ है दातिया। मैं जिधर भी वेखदा सारिਆਂ दे विच मैनूं तू ही दिखदा है। सब गोबिंद है, सब गोबिंद है, गोबिंद बिन नहीं कोई। मैनूं कोई अपना बगाना नहीं दिसदा, मैनूं तां दातिया तेरी सूरत सारिਆਂ विच दिखदी है। मैं तां दातिया तेरे मूँह विच पानी पाउना है। सतगुरु पातशाह जी ने घुट के गल वकड़ी विच लै लिया। कहन लगे सिखा तेरी सेवा प्रवान है, लै जिथे तू पानी पिलाउना है अज तो बाद नाल मल्लम पट्टी भी जेकर किसी दी करन वास्ते होवे ते तू वो भी करया कर। सतगुरु पातशाह जी ने सेवा का ऐसा फल दिता। कहन लगे अज तो बाद सतगुरु पातशाह जी ने फिर बचन किया तेरे नां ते सेवा की बहुत वड्डी मिसाल पैदा होएगी ते तेरे नां ते एक पंथ चलेगा जिहड़ा तेरे नां ते चलेगा। अज दुनिया भर दे विच सेवा पंथी जिहड़ी संस्था चलदी है वो भाई कन्हैया जी दे नां ते चलदी है। क्यों? क्योंकि सेवा दे बदले धन गुरु कलगीधर पातशाह जी ने अपने सिख की सेवा का फल दिता है। सतगुरु पातशाह कृपा करन। गुरु प्यारिओ असीं भी सेवा विच जुटीए, अपने आप नूं गुरु दे चरनां विच सेवा विच ला के रखीए। धन गुरु पातशाह कृपा करन तां कि साडा जीवन सेवा करदे करदे गुरु दे चरनां कमलां दी प्रीत लैके गुरु दे आशे अनुसार असीं भी अपना जीवन बतीत करिए, जिस करके लोक सुखीए परलोक सुहेले नानक हर प्रभ आपे मेले। ऐसियां विचारां करदिआं दास कोलों होईआं भुलां दी खिमा करनी। बुलाओ फतेह जी। वाहिगुरू जी का खालसा वाहिगुरू जी की फतेह। रोजाना नितनेम अमृतमयी बाणी कथा कीर्तन ढाडी वारा सरवण करन लई सबसक्राइब करो YouTube चैनल ग्लोबल गुरबाणी ते नोटिफिकेशन लई बैल आइकन ते क्लिक करो।